ਜ਼ਿਲ੍ਹਾ NGO ਕੋਆਰਡੀਨੇਸ਼ਨ ਕਮੇਟੀ ਮੋਗਾ ਵੱਲੋਂ ਸ਼ਹੀਦ ਭਗਤ ਸਿੰਘ ਮਾਰਕੀਟ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਵਾਲੀ ਜਗ੍ਹਾ ਤੇ ਪਾਰਕ ਦੀ ਸਾਫ਼ ਸਫਾਈ ਕੀਤੀ ਗਈ। ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਧੋ ਕੇ ਸਾਫ਼ ਸੁਥਰਾ ਤੇ ਵਧੀਆ ਬਣਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮਿਸ਼ਨ ਸਾਡਾ ਰੂਰਲ NGO ਵੱਲੋਂ, ਜ਼ਿਲ੍ਹਾ NGO ਵੱਲੋਂ, ਔਰ ਇੱਥੇ ਸ਼ਹੀਦ ਭਗਤ ਸਿੰਘ ਮਾਰਕੀਟ ਦੇ ਨਾਂ ਤੋਂ ਜਾਣੀ ਜਾਂਦੀ ਮਾਰਕੀਟ ਹੈ ਇਹ, ਕਿਉਂਕਿ ਇੱਥੇ ਸ਼ਹੀਦ ਭਗਤ ਸਿੰਘ ਦਾ ਬੁੱਤ ਲੱਗਾ ਹੈ। ਕਿਉਂਕਿ ਜਦੋਂ ਉਹਨਾਂ ਦਾ ਜਨਮ ਦਿਨ ਹੁੰਦਾ ਉਦੋਂ ਇੱਥੇ ਬੜੇ ਲੋਕੀ ਸਾਡੇ ਵਰਗੇ ਫੁੱਲ ਚੜਾਉਣ ਆਉਂਦੇ ਆ, ਜਦੋਂ ਸ਼ਹੀਦੀ ਦਿਨ ਹੁੰਦਾ ਉਦੋਂ ਬੜੇ ਫੁੱਲ ਚੜਾਉਣ ਆਉਂਦੇ ਆ। ਅੱਜ ਲੇਕਿਨ ਅਸੀਂ ਜਿਹੜਾ ਹਾਲ ਵੇਖਿਆ ਇੱਥੇ ਪਾਰਕ ਦਾ, ਐਡਾ ਕੁ ਮਾੜਾ ਹਾਲ ਹੈ ਵੀ ਜਾਣੀ ਦੀ ਸਫਾਈ ਤੁਸੀਂ ਦੇਖ ਸਕਦੇ ਪਿੱਛੇ ਵੀ ਜਿਹੜੇ ਸਾਡੇ ਮੈਂਬਰ ਇੱਥੇ ਸਫਾਈ ਕਰੀ ਜਾਂਦੇ ਆ ਜਾਂ ਕਰ ਰਹੇ ਆ, ਤੇ ਉਹਦੇ ਵੱਲ ਧਿਆਨ ਕੋਈ ਨਹੀਂ ਦਿੰਦਾ। ਹੁਣ ਮੇਰਾ ਖਿਆਲ ਵੀ ਸਾਨੂੰ ਇੱਥੇ ਲੱਗਿਆ ਨੂੰ ਹੋ ਗਿਆ 2-2.5 ਘੰਟੇ, 3 ਹੀ ਹੋ ਚੱਲੇ ਆ, ਤੇ ਮੇਰਾ ਖਿਆਲ ਵੀ ਮਾਰਕੀਟ ਦੇ ਨੁਮਾਇੰਦੇ ਨੇ ਕਿਸੇ ਨੇ ਉਹ ਨਹੀਂ ਆ ਕੇ ਸਾਨੂੰ ਪੁੱਛਿਆ ਬਾਈ ਤੁਸੀਂ ਇੱਥੇ ਕੀ ਕਰਦੇ ਆ, ਜਾਂ ਤੁਸੀਂ ਕਿਸੇ ਨੇ ਪਾਣੀ ਪੀਣਾ, ਜਾਂ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ। ਲੇਕਿਨ ਨਹੀਂ, ਪਰ ਲੇਕਿਨ ਅਸੀਂ ਇਹਨਾਂ ਚੀਜ਼ਾਂ ਦੇ ਮਤਲਬ ਨਾਂ ਤੋਂ ਜਾਣੇ ਜਾਂਦੇ ਆ, ਸਾਡੀ ਮਾਰਕੀਟ ਜਾਣੀ ਜਾਂਦੀ ਹੈ। ਕੀ ਇਹ ਮਤਲਬ ਮਾਰਕੀਟ ਵਾਲੇ ਇੱਕ ਇੰਨਾ ਨਹੀਂ ਕਰ ਸਕਦੇ ਵੀ ਇੱਥੇ ਪਾਣੀ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਹੈਗਾ, ਸਾਰਾ ਕੁਝ ਹੈਗਾ, ਤੇ ਕੀ ਇੱਥੇ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਬੈਂਚ ਵੀ ਲੱਗੇ ਬੈਠਣ ਨੂੰ ਤੇ ਘਾਹ ਨਹੀਂ ਲਵਾ ਸਕਦੇ? ਲੇਕਿਨ ਮੇਰੀ ਮੰਗ ਹੈ ਸਰਕਾਰ ਤੋਂ ਵੀ, ਕਮੇਟੀ ਤੋਂ ਵੀ, ਡੀ ਸਾਹਿਬ ਤੋਂ ਵੀ ਜੇ ਇੱਥੇ ਘਾਹ ਲੱਗ ਜੇ ਤੇ ਬਹੁਤ ਵਧੀਆ ਪਾਰਕ ਬਣੀ ਵੀ ਹੈ ਤੇ ਬਹੁਤ ਵਧੀਆ ਬਣ ਸਕਦੀ ਹੈ। ਕਿਉਂਕਿ ਅਸੀਂ ਰੂਰਲ NGO ਵੱਲੋਂ ਉਪਰਾਲਾ ਵੀ ਕਰਾਂਗੇ ਵੀ ਇੱਥੇ ਸਰਕਾਰ ਨੂੰ ਕਹਿ ਕੇ ਤੇ ਇੱਥੇ ਘਾਹ ਲਵਾਇਆ ਜਾਵੇ, ਕਿਉਂਕਿ ਜਿਮ ਵਗੈਰਾ ਲੱਗੀ ਹੈ ਤੇ ਇੱਥੇ ਥੋੜ੍ਹੀ ਜਿਹੀ ਇਹਦੀ ਦੇਖਭਾਲ ਹੋ ਸਕੇ। ਅਸੀਂ ਡਿਸਟ੍ਰਿਕਟ NGO ਕੋਆਰਡੀਨੇਸ਼ਨ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਮਾਰਕੀਟ ਮੋਗਾ ਦੇ ਵਿੱਚ ਜੋ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਲੱਗਿਆ ਹੋਇਆ ਹੈ, ਪਾਰਕ ਬਣੀ ਹੋਈ ਹੈ, ਉਸ ਪਾਰਕ ਦੀ ਸਫਾਈ ਕੀਤੀ ਹੈ, ਔਰ ਨਾਲ ਹੀ ਜਿਹੜਾ ਬੁੱਤ ਹੈ ਉਹਨੂੰ ਧੋਤਾ ਗਿਆ, ਸਾਫ਼ ਕੀਤਾ ਗਿਆ। ਔਰ ਇਹਦਾ ਮਕਸਦ ਸਾਡਾ ਇਹੀ ਹੈ ਕਿ ਇੱਕ ਤਾਂ ਸਾਡੇ ਜੋ ਸ਼ਹੀਦਾਂ ਦੇ ਸਮਾਰਕ ਬਣੇ ਹੈ ਉਹਨਾਂ ਦੀ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ, ਉਹਨਾਂ ਦੀ ਸਮੇਂ-ਸਮੇਂ 'ਤੇ ਜਿਹੜਾ ਹੈ ਸਾਨੂੰ ਸਾਫ਼ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਮਾਰਕ ਬਣਾਉਣੇ ਸੌਖੇ ਹੈ, ਇਹਨਾਂ ਨੂੰ ਸਾਂਭਣਾ ਤੇ ਇਹਨਾਂ ਤੋਂ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਜੇਕਰ ਇਸ ਤਰ੍ਹਾਂ ਇਹਨਾਂ ਬੁੱਤਾਂ ਦੀ ਬੇਅਦਬੀ ਹੁੰਦੀ ਰਹੀ ਤਾਂ ਸਾਡੀ ਨਵੀਂ ਪੀੜ੍ਹੀ ਹੈ ਜਿਹੜੀ ਇਹਨਾਂ ਬੁੱਤਾਂ ਨੂੰ ਸਤਿਕਾਰ ਨਹੀਂ ਦੇ ਸਕੇਗੀ। ਇਹਨਾਂ ਆਤਮਾਵਾਂ ਨੂੰ, ਜਿਹੜੀਆਂ ਇਹ ਮਹਾਨ ਆਤਮਾਵਾਂ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਆਪ ਕੁਰਬਾਨ ਕੀਤਾ ਹੈ, ਉਹਨਾਂ ਆਤਮਾਵਾਂ ਨੂੰ ਉਹਨਾਂ ਸਤਿਕਾਰ ਨਹੀਂ ਦੇ ਸਕਣਗੇ। ਇਸ ਕਰਕੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਇਹ ਸੰਦੇਸ਼ ਵੀ ਦਈਏ। ਔਰ ਉਹਦੇ ਨਾਲ ਜਿਹੜਾ ਸਫਾਈ ਬਹੁਤ ਜ਼ਰੂਰੀ ਹੈ, ਸਫਾਈ ਦੂਸਰਾ ਰੱਬ ਹੈ। ਔਰ ਅੱਜ ਕੱਲ੍ਹ ਡੇਂਗੂ ਮਲੇਰੀਏ ਦਾ ਸੀਜ਼ਨ ਚੱਲ ਰਿਹਾ ਹੈ, ਬਾਰਿਸ਼ਾਂ ਹੋ ਕੇ ਹਟੀਆਂ, ਘਰਾਂ ਦੇ ਵਿੱਚ, ਛੱਤਾਂ ਦੇ ਉੱਤੇ, ਕਬਾੜ ਦੇ ਸਮਾਨ ਦੇ ਵਿੱਚ, ਖਾਲੀ ਪਲਾਟਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ, ਔਰ ਉਹ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਸੋ ਅਸੀਂ ਜਿਹੜਾ ਅੱਜ ਸਫਾਈ ਦੇ ਰਾਹੀਂ ਇਹ ਸੰਦੇਸ਼ ਵੀ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਆਪਣੇ ਘਰਾਂ ਦੀ ਅਤੇ ਉਹਦੇ ਆਲੇ ਦੁਆਲੇ ਦੀ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਅਸੀਂ ਖਤਰਨਾਕ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕੀਏ। ਕਿਉਂਕਿ ਸਾਡੀ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਜਿਹੜਾ ਉਹ ਬਿਮਾਰੀਆਂ 'ਤੇ ਖਰਚ ਨਾ ਹੋਵੇ, ਇਸ ਲਈ ਜ਼ਰੂਰੀ ਹੈ ਕਿ ਅਸੀਂ ਸਫਾਈ ਵੱਲ ਵੀ ਉਨਾ ਧਿਆਨ ਦਈਏ। ਸੋ ਅੱਜ ਸਾਡਾ ਇਹ ਡਿਸਟ੍ਰਿਕਟ NGO ਕੋਆਰਡੀਨੇਸ਼ਨ ਕਮੇਟੀ ਦਾ ਇਹ ਉਪਰਾਲਾ ਸਾਡੇ ਪ੍ਰਧਾਨ ਜੀ ਗੁਰਸੇਵਕ ਸਿੰਘ ਸੰਨਿਆਸੀ ਤੇ ਸਮੂਹ ਮੈਂਬਰਾਂ ਵੱਲੋਂ, ਉਹਦੇ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਘੋਲੀਆ ਕਲਾਂ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਅਸੀਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਦੀ ਇਸ ਸਫਾਈ ਮੁਹਿੰਮ ਦੇ ਵਿੱਚ ਹਿੱਸਾ ਲਿਆ ਔਰ ਇਹ ਸੰਦੇਸ਼ ਦੇਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ। ਬਹੁਤ-ਬਹੁਤ ਧੰਨਵਾਦ ਜੀ। ਹਾਂਜੀ, ਮੈਂ ਤਜਿੰਦਰ ਸਿੰਘ ਜਸ਼ਨ, ਲੈਕਚਰਰ, ਬੇਨਤੀ ਕਰਨੀ ਚਾਹੁੰਦਾ ਕਿ ਅੱਜ NGO ਵੱਲੋਂ ਜਿਹੜੀ ਇਹ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਆਲੇ ਦੁਆਲੇ, ਬਹੁਤ ਹੀ ਵਧੀਆ ਯਤਨ ਸੀਗਾ। ਔਰ ਮੈਨੂੰ ਜਦੋਂ ਵੀ ਮੈਂ ਇਹਨਾਂ ਦਾ WhatsApp ਦੇ ਉੱਤੇ ਮੈਸੇਜ ਦੇਖਿਆ ਤਾਂ ਮੈਂ ਵੀ ਆਪਦੇ ਆਪ ਨੂੰ ਰੋਕ ਨਹੀਂ ਸਕਿਆ, ਤੇ ਮੈਂ ਵੀ ਸੋਚਿਆ ਵੀ ਚਲੋ ਜਿੰਨਾ ਮੇਰਾ ਵੀ ਬਣਦਾ ਯੋਗਦਾਨ ਉਹ ਮੈਂ ਪਾਵਾਂ ਇਹਦੇ 'ਚ। ਤਾਂ ਮੈਂ ਸਮਝਦਾ ਕਿ ਜਿੱਥੇ ਆਪਣੇ ਦੇਸ਼ ਦੇ ਵਿੱਚ ਸਿਆਸਤ ਦੇ ਵਿੱਚ ਉਹ ਤਰ੍ਹਾਂ ਦੇ ਨਿੱਤ ਨਵੇਂ ਵਿਵਾਦ ਜਿਹੜੇ ਆ ਜਨਮ ਲੈਂਦੇ ਰਹਿੰਦੇ ਆ, ਕਦੇ ਕੋਈ ਕਿਸੇ ਨੂੰ ਸ਼ਹੀਦ ਨਹੀਂ ਮੰਨਦਾ, ਕਦੇ ਕੋਈ ਗੁਰਬਾਣੀ ਪਿੱਛੇ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਹੋ ਜਾਂਦੀ ਆ। ਤਾਂ ਮੈਂ ਸਮਝਦਾ ਵੀ ਜੇ ਅਸੀਂ ਬਤੌਰ ਮਨੁੱਖ
ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਲੈਬੋਰੇਟ ਕਰ ਦਈਏ, ਇਕੱਠੀਆਂ ਕਰ ਦਈਏ ਤਾਂ ਇੱਕ ਬਹੁਤ ਵਧੀਆ ਯਤਨ ਹੋਊਗਾ। ਮੈਨੂੰ ਯਾਦ ਆ ਰਿਹਾ ਕਿ ਗੁਰਬਾਣੀ ਦੇ ਵਿੱਚ ਆਪਣੇ ਕਿਤੇ ਨਾ ਕਿਤੇ ਆਉਂਦਾ ਇਹ ਕਿ ਆਪਣੇ ਹੱਥੀਂ ਆਪਣਾ ਆਪੇ ਕਾਜ ਸਵਾਰੀਏ। ਅਸੀਂ ਹਰ ਵੇਲੇ ਸਰਕਾਰਾਂ ਤੋਂ ਮੰਗ ਕਰਦੇ ਰਹਿੰਦੇ ਆਹ ਕਰਾ ਦਿਓ, ਆਹ ਕਰਾ ਦਿਓ, ਤਾਂ ਅੱਜ NGOs ਨੇ ਇਹ ਸਮਾਜ ਸੇਵੀਆਂ ਨੇ ਆ ਕੇ ਆਪਣੇ ਹੱਥੀਂ ਸਫਾਈ ਕੀਤੀ ਹੈ। ਤੇ ਮੈਂ ਸਮਝਦਾ ਵੀ ਜੇ ਸਰਕਾਰ ਨੇ ਕਰਾਉਣੀ ਹੁੰਦੀ ਤਾਂ ਹਜ਼ਾਰਾਂ ਰੁਪਈਆ ਖਰਚ ਹੋ ਜਾਣਾ ਸੀਗਾ, ਪਰ ਅੱਜ ਅਸੀਂ ਸਿਰਫ ਇੱਥੇ 3:30 ਵਜੇ ਆਏ ਆ ਤੇ ਹੁਣ ਮੈਨੂੰ ਲੱਗਦਾ ਵੀ ਹਜੇ 5:30 6 ਵਜੇ ਆ ਤੇ 2-3 ਘੰਟਿਆਂ ਦੇ ਵਿੱਚ ਹੀ ਸਾਰੀ ਸਫਾਈ ਹੋ ਗਈ ਆ। ਤਾਂ ਸਾਰੇ ਸੱਜਣਾ ਨੇ ਪੂਰਾ ਖੂਨ ਪਸੀਨਾ ਵਹਾਇਆ ਵਾ ਤੇ ਜੇ ਅੱਧੇ ਦਿਨ ਦੇ ਵਿੱਚ ਜਾਂ ਸਮਝ ਲਓ 3-4 ਘੰਟੇ 'ਚ ਇਹ ਸਫਾਈ ਹੋ ਸਕਦੀ ਆ ਤਾਂ ਮੈਂ ਸਮਝਦਾ ਵੀ ਸ਼ਹਿਰ ਦੇ ਜਿਹੜੇ ਸਾਰੇ ਪਾਰਕ ਆ ਉਹਨਾਂ ਦੀ ਨਕਸ਼ਨੁਹਾਰ ਬਦਲੀ ਜਾ ਸਕਦੀ ਆ। ਅਸੀਂ ਹਰ ਵੇਲੇ ਸਰਕਾਰ ਤੋਂ ਆਸ ਨਹੀਂ ਸਾਨੂੰ ਕਰਨੀ ਚਾਹੀਦੀ ਗੀ। ਦੂਸਰੀ ਗੱਲ ਵੀ ਸ਼ਹੀਦਾਂ ਨੂੰ ਇਹਦੇ ਨਾਲ ਮੈਂ ਜੋੜਨਾ ਇਉਂ ਚਾਹੁੰਦਾ ਵੀ ਸ਼ਹੀਦਾਂ ਨੇ ਜਿਹੜੇ ਸੁਪਨੇ ਲਏ ਸੀਗੇ, ਬਹੁਤਿਆਂ ਨੂੰ ਕਈ ਵਾਰੀ ਭਾਰਤ ਮਾਤਾ ਕੀ ਜੈ ਕਹੀ ਜਾਂਦੇ ਆ ਸੱਜਣ, ਆਪਣੇ ਕਈ ਨਾਅਰੇ ਵੀ ਲਾਉਂਦੇ ਆ, ਪਰ ਉਹਨਾਂ 'ਚੋਂ ਬਹੁਤਿਆਂ ਨੂੰ ਮੈਨੂੰ ਲੱਗਦਾ ਵੀ ਸ਼ਾਇਦ ਪਤਾ ਹੀ ਨਹੀਂਗਾ ਵੀ ਭਾਰਤ ਮਾਤਾ ਹੈ ਕੌਣ ਆ। ਮੈਂ ਇੱਕ ਵਾਰੀ ਜਵਾਹਰ ਲਾਲ ਨਹਿਰੂ ਜੀ ਦਾ ਮੈਂ ਦੇਖਿਆ ਸੀਗਾ ਸੀਰੀਅਲ ਨਿੱਕੇ ਹੁੰਦਿਆਂ, ਤਾਂ ਉਹਦੇ 'ਚ ਉਹਨਾਂ ਨੇ ਉਹ ਇੱਕ ਕਿਤਾਬ ਲਿਖੀ ਸੀ ਸ਼ਾਇਦ ਭਾਰਤ ਇੱਕ ਖੋਜ। ਉਹਦੇ ਵਿੱਚ ਮੈਂ ਸਾਰਾ ਦਾ ਨਾਟਕ ਸ਼ਾਇਦ ਨਾ ਦੇ ਸਕਿਆ ਜਾਂ ਯਾਦ ਨਾ ਰਿਹਾ ਹੋਵੇ, ਪਰ ਉਹਨਾਂ ਨੇ ਇੱਕ ਥਾਂ 'ਤੇ ਕਿਹਾ ਸੀ ਵੀ ਭਾਰਤ ਮਾਤਾ ਹੈ ਕੌਣ ਆ। ਸੋ ਭਾਰਤ ਮਾਤਾ ਉਹੀ ਹੈ, ਸਾਡੀ ਧਰਤੀ ਮਾਂ ਵਾ, ਸਾਡੀਆਂ ਘਰਾਂ 'ਚ ਜਿਹੜੀਆਂ ਮਾਵਾਂ ਬੈਠੀਆਂ, ਸਾਡੀਆਂ ਭੈਣਾਂ ਬੈਠੀਆਂ, ਸਾਡੀਆਂ ਬੱਚੀਆਂ, ਸਾਡੇ ਪਿਓ, ਸਾਡੇ ਭਰਾ, ਇਹ ਸਾਰੇ ਹੀ ਭਾਰਤ ਮਾਤਾ, ਸਾਡੇ ਸਾਰੇ ਦੇਸ਼ ਵਾਸੀ ਵੀ ਭਾਰਤ ਮਾਤਾ ਦਾ ਸਰੂਪ ਹੈ। ਸੋ ਜਦੋਂ ਅਸੀਂ ਇਸ ਤਰ੍ਹਾਂ ਦੀ ਸੇਵਾ ਕਰਦੇ ਹਾਂ ਤਾਂ ਉਦੋਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਜੇ ਅਸੀਂ ਅੱਜ ਇੱਥੇ ਭਗਤ ਸਿੰਘ ਦੇ ਕੋਲੇ ਆਏ ਹਾਂ ਤਾਂ ਮੈਂ ਸਮਝਦਾ ਵੀ ਜੇ ਅਸੀਂ ਧਰਮ ਨੂੰ ਮੰਨਦੇ ਹਾਂ, ਜੇ ਅੱਜ ਉਹਦੀ ਜੇ ਰੂਹ ਤੋਂ ਦੇਖਦੀ ਹੋਊਗੀ ਤਾਂ ਉਹ ਸਾਡੇ ਸਾਰਿਆਂ 'ਤੇ ਬਹੁਤ ਖੁਸ਼ ਹੋਊਗੀ ਵੀ ਇਹਨਾਂ ਨੇ ਆਪਣੀ ਡਿਊਟੀ ਸਮਝੀ ਆ। ਤੇ ਮੈਂ ਸਮਝਦਾ ਵੀ ਇਹ ਸਾਡਾ ਫਰਜ਼ ਸੀਗਾ ਕਿ ਜਿਹੜਾ ਬੰਦਾ ਹੱਸ ਕੇ ਦੇਸ਼ ਲਈ ਜਾਨ ਵਾਰ ਗਿਆ ਉਹਦੇ ਲਈ ਅਸੀਂ ਥੋੜ੍ਹਾ ਜਿਹਾ ਖੂਨ ਪਸੀਨਾ ਵਹਾਇਆ ਵਾ। ਸੋ ਮੈਂ ਸਾਰੇ ਹੀ NGOs ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਮੋਗਾ ਸ਼ਹਿਰ ਦੇ ਸਾਰੇ ਜਿੰਨੇ ਸਮਾਜ ਸੇਵੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ। ਉਹ ਸਮੇਂ-ਸਮੇਂ ਕੋਈ ਨਾ ਕੋਈ ਯਤਨ ਕਰਦੇ ਰਹਿੰਦੇ ਆ, ਪਰ ਮੈਂ ਸਮਝਦਾ ਵੀ ਜਿੱਥੇ ਵੀ ਉਹ ਯਤਨ ਕਰ ਰਹੇ ਆ, ਜੋ ਆਪਦੇ ਹੱਥੀਂ ਥੋੜ੍ਹਾ ਖੂਨ ਪਸੀਨਾ ਵਹਾਉਂਦੇ ਰਹਿਣਗੇ, ਯੂਰਿਕ ਐਸਿਡ ਵੀ ਘਟੂਗਾ, ਸਿਹਤ ਵੀ ਠੀਕ ਹੋ ਜਾਊਗੀ, ਸ਼ੂਗਰ ਵੀ ਨਹੀਂ ਹੋਊਗੀ। ਤਾਂ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਆ ਵੀ ਜਿਹੜੇ ਸਾਡੇ ਸ਼ਹੀਦਾਂ ਨੇ ਸੁਪਨਾ ਦੇਖਿਆ ਸੀਗਾ ਸੋਹਣੇ ਭਾਰਤ ਦਾ, ਸੋਹਣੇ ਪੰਜਾਬ ਦਾ, ਸਾਡੇ ਵਤਨ ਪੰਜਾਬ ਦਾ, ਸਾਡੇ ਦੇਸ਼ ਪੰਜਾਬ ਦਾ, ਸੋ ਉਹ ਤਾਂ ਹੀ ਪੂਰਾ ਹੋਊਗਾ ਜੇ ਅਸੀਂ ਸਾਰੇ ਆਪਣੇ ਹੱਥੀਂ ਕਾਰਜ ਕਰਾਂਗੇ। ਤੇ ਗੁਰਬਾਣੀ ਵੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਆਪਣੇ ਹੱਥੀਂ ਆਪਣਾ ਆਪੇ ਕਾਜ ਸਵਾਰੀਏ। ਧੰਨਵਾਦ ਜੀ, ਜੈ ਹਿੰਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਇੱਥੇ ਸ਼ਹੀਦ ਭਗਤ ਸਿੰਘ ਮਾਰਕੀਟ 'ਚ ਸ਼ਹੀਦ ਭਗਤ ਸਿੰਘ ਦਾ ਆਪਣੇ ਬੁੱਤ ਲੱਗਿਆ ਹੋਇਆ ਵਾ। ਉੱਥੇ ਜਿਹੜਾ ਨਾਲ ਪਾਰਕ ਆ ਉੱਥੇ ਸਫਾਈ ਮੁਹਿੰਮ ਚਲਾਈ ਹੈ ਜ਼ਿਲ੍ਹਾ ਕੋਆਰਡੀਨੇਸ਼ਨ ਕਮੇਟੀ ਵੱਲੋਂ। ਉਹਨਾਂ ਨੇ ਪ੍ਰੋਗਰਾਮ ਬਣਾਇਆ ਹੋਇਆ ਸੀ ਵੀ ਇਹਨੂੰ ਸਾਫ਼ ਸੁਥਰਾ ਕੀਤਾ ਜਾਵੇ ਤੇ ਅੱਜ ਆ ਕੇ 3-4 ਘੰਟਿਆਂ ਤੋਂ ਉਹਨਾਂ ਨੇ ਸਾਰਾ ਇੱਥੋਂ ਘਾਹ ਕੱਟਿਆ ਵਾ, ਝਾੜੂ ਲਾਇਆ ਵਾ, ਐਨ ਪਾਰਕ ਦੀ ਸਫਾਈ ਕਰਕੇ ਭਗਤ ਸਿੰਘ ਦੇ ਬੁੱਤ ਨੂੰ ਸਾਫ਼ ਕੀਤਾ ਵਾ। ਆਪਣੇ ਸ਼ਹੀਦ ਨੇ ਹੈ ਨਾ, ਆਪਾਂ ਕਹਿੰਦੇ ਆ ਵੀ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਪਰ ਪਹਿਰਾ ਤਾਂ ਕੀ ਦੇਣਾ, ਇੱਥੇ ਤਾਂ ਸਾਫ਼ ਸਫਾਈ ਵੀ ਨਹੀਂ ਹੋ ਰਹੀ। ਇਵਨ ਕਿ ਨੀਅਰ ਅਬਾਊਟ ਇੱਥੇ ਟਰੈਵਲ ਮਾਰਕੀਟ ਆ ਤੇ ਉੱਥੋਂ ਵੀ ਕੋਈ ਵੀ ਜਣਾ ਐ ਨਹੀਂ ਹੁੰਦਾ ਵੀ ਇੱਥੋਂ ਆਪਾਂ ਸਫਾਈ ਕਰਵਾ ਦਈਏ, ਆਸ-ਪਾਸ ਸਾਫ਼ ਹੋਵੇ ਗਾਰਡਨ ਤੇ ਵਧੀਆ ਲੱਗਦਾ ਵਾ ਜੇ ਆਪਾਂ ਕਰ ਦਈਏ ਤਾਂ ਸਾਰਿਆਂ ਨੂੰ ਚਾਹੀਦਾ ਵਾ। ਅੱਜ ਅਸੀਂ ਤਾਂ ਸਾਫ਼ ਕਰਨ ਆਏ ਆ, ਓਬਵੀਅਸਲੀ ਸਾਰਾ ਘਾਹ ਵਗੈਰਾ ਕੱਟ ਕੇ ਬੜਾ ਵਧੀਆ ਹੋ ਗਿਆ, ਸਾਫ਼ ਸੁਥਰਾ ਹੋ ਗਿਆ ਹੁਣ ਇਹ ਗਾਰਡਨ। ਤੇ ਬਾਕੀਆਂ ਨੂੰ ਵੀ ਅਪੀਲ ਕੀਤੀ ਜਾਂਦੀ ਆ ਵੀ ਇਹਨੂੰ ਸਾਫ਼ ਰੱਖਿਆ ਕਰੋ ਤੇ ਹੋਰ ਇੱਦਾਂ ਵੀ ਆਪਾਂ ਜੇ ਕਿਤੇ ਰਹਿੰਦੇ ਆ ਤਾਂ ਆਲਾ ਦੁਆਲਾ ਆਪਾਂ ਨੂੰ ਸਾਫ਼ ਕਰਕੇ ਰੱਖਣਾ ਚਾਹੀਦਾ ਵਾ, ਉਹ ਵਧੀਆ ਲੱਗਦਾ। ਥੈਂਕ ਯੂ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਇੱਥੇ ਸ਼ਹੀਦ ਭਗਤ ਸਿੰਘ ਮਾਰਕੀਟ ਵਿੱਚ ਆਏ ਹਾਂ, ਜਿੱਥੇ ਅਸੀਂ ਜਿਹੜਾ ਆਪਣਾ ਸ਼ਹੀਦ ਭਗਤ ਸਿੰਘ ਜੀ ਦੇ ਆਪਾਂ ਜਿਹੜੇ ਇਹਨਾਂ ਨੇ ਆਪਣੇ ਲਈ ਸ਼ਹੀਦੀ ਦਿੱਤੀ, ਉਹਨਾਂ ਦੇ ਸ਼ਹੀਦੀ ਦਿਵਸ 'ਤੇ ਤਾਂ ਇੱਥੇ ਸਾਰੇ ਜਾਣੇ ਆ ਜਾਂਦੇ ਆ, ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਗੀ। ਪਰ ਹੁਣ ਜਦੋਂ ਅਸੀਂ ਆਏ ਹਾਂ ਤਾਂ ਇੱਥੇ ਸਫਾਈ ਲਈ ਕਿਸੇ ਨੂੰ ਕੋਈ ਪ੍ਰਬੰਧ ਨਹੀਂ ਹੈਗਾ, ਕੋਈ ਕਿਸੇ ਵੱਲ ਇਸ ਵੱਲ ਧਿਆਨ ਨਹੀਂ ਹੈਗਾ। ਤਾਂ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਦੇਖੋ, ਇਹਨੂੰ ਯੂਜ਼ ਕਰਦੇ ਹਾਂ, ਜਿਹੜੀ ਚੀਜ਼ ਨੂੰ ਆਪਾਂ ਵਰਤੋਂ ਕਰਦੇ ਹਾਂ ਉਹਦੀ ਸਫਾਈ ਵੱਲ ਵੀ ਆਪਣਾ ਧਿਆਨ ਹੋਣਾ ਚਾਹੀਦਾ। ਜੇ ਆਪਾਂ ਇਹਦੀ ਸਫਾਈ ਨਹੀਂ ਕਰਨੀ, ਆਪਾਂ ਵੈਸੇ ਕਹਿੰਦੇ ਹਾਂ ਕਿ ਆਪਾਂ ਆਹ ਕੰਮ ਕਰ ਲਈਏ, ਆਪਾਂ ਦੂਸਰਿਆਂ ਨੂੰ ਕਹਿੰਦੇ ਹਾਂ, ਪਰ ਮੈਨੂੰ ਲੱਗਦਾ ਕਿ ਇਨਸਾਨ ਨੂੰ ਖੁਦ ਨੂੰ ਮੋਟੀਵੇਟ ਆਪਣੇ ਆਪ ਨੂੰ ਕਰਨਾ ਚਾਹੀਦਾ। ਆਪਣੇ ਆਪ ਨੂੰ ਸੁਧਾਰ ਲਓ, ਦੁਨੀਆ ਸੁਧਰ ਜੂਗੀ, ਕਿਉਂਕਿ ਆਪਾਂ ਦੁਨੀਆ 'ਚ ਹੀ ਆਉਂਦੇ ਹਾਂ। ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਇਸ ਜਿਹੜਾ ਆਪਣਾ ਸ਼ਹੀਦ ਭਗਤ ਸਿੰਘ ਮਾਰਕੀਟ ਦਾ ਜਿਹੜਾ ਏਰੀਆ ਪਾਰਕ ਹੈ, ਸਾਰੇ ਜਾਣੇ ਵਰਤੋਂ ਕਰਦੇ ਹੋ ਤਾਂ ਇਹਦੀ ਸਫਾਈ ਵੀ ਜ਼ਰੂਰ ਕਰੋ। ਆਹ ਸਾਡੇ ਜਿਹੜੇ ਸਮਾਜ ਸੇਵੀ ਲੋਕ ਹੈ, ਸਾਰੇ ਲੱਗੇ ਹੋਏ ਆ, ਜੁੱਟ ਹੋਏ ਆ, ਤਾਂ ਮੈਂ ਵੀ ਕੁਝ ਸੇਵਾ ਦਾ ਯੋਗਦਾਨ ਜਿੰਨਾ ਪਾ ਸਕੀ ਓਨਾ ਪਾਇਆ। ਧੰਨਵਾਦ, ਸਤਿ ਸ਼੍ਰੀ ਅਕਾਲ।